परसों साडे दो मानयोग मिनिस्टर जिहड़े बाजार दे विच नहीं ले गए, उन्होंने इत्थे कानफ्रेंस कीती सी। वैसे बड़ी दुख हुंदा, पोलीटिकल बंदे हुंदे असीं, ये बाजार तां आ गईयां उठ गईयां चलदा ही रहिंदा, सरकार बन गई हट गई, ये कोई जद्दी जायदाद नहीं, ये लोकां दी मर्जी है, पार्टियां दी मर्जी है किवें की करना है। पर जिवें उन्हां दा दर्द होया भी जिवें कोई बहुत वड्डी चीज़ उन्हां दी अपनी जद्दी किसी ने खोह लई हुंदी है, रोना तो मिनिस्टर जे इन्नी इस गल ते रोणगे तां लोग फिर की कहणगे, शोभा नहीं दिंदा। दूजी गल, साडे जिहड़े मिनिस्टर ने गुरप्रीत सिंह जी कांगड़, उन्होंने एडे वड्डे वड्डे झूठ बोले, जिहड़े कि एक मिनिस्टर है, जे बंदा नूं संग शर्म मननी चाहिए झूठ बोलण तो, एडे वड्डे झूठ जिन्हां दा कोई सिर पैर होवे ही ना। जिथे होर उन्हें वड्डे झूठ बोले, सब तो वड्डा एक उन्हें बोलिया कि मेरे परिवार के 4 मैंबर मर्डर होए आ। तुसीं सारिਆਂ ने विच जे उत्थे कोई होऊगा तो तुहाडे कोले होऊगा, नहीं वीडियो दे विच मेरे कोले हैगा, उत्थे भी मेरे परिवार के 4 मर्डर हो गए। बहुत तकड़ा हो बंदा है जी, उन्होंने बादल वालियां दा उहदे सिर ते हत्थ है जी। मैं इस गल का चैलेंज करदा, मर्डर तो बहुत दूर की गल है। मर्डर जे हो जाण गुज्जे नहीं रहिंदे हुंदे, मर्डर जिहड़ा करन वाला कोई बचदा नहीं हुंदा। लड़ाई झगड़े 'च तां चलो कदे 19-21 इधर उधर हो गई, ਉਹਦੇ ਕਿਸੇ ਪਰਿਵਾਰ ਦੇ ਮੈਂਬਰ ਦੀ ਕਿਸੇ ਪੋਲੀਟੀਕਲ ਲੜਾਈ ਦੇ ਵਿੱਚ ਜਾਂ ਪੋਲੀਟੀਕਲ ਕੰਮ ਦੇ ਵਿੱਚ ਜਾਂ ਪੋਲੀਟੀਕਲ ਸਿਸਟਮ ਦੇ ਵਿੱਚ ਸਾਡਾ ਕਿਸੇ ਵੇਲੇ ਵੋਟਾਂ ਦੇ ਵਿੱਚ ਜਾਊਂ ਕੋਈ ਬਾਂਹ ਵੀ ਟੁੱਟੀ ਹੋਵੇ, ਲੱਤ ਵੀ ਟੁੱਟੀ ਹੋਵੇ, ਕਿਤੇ ਸਾਬਤ ਕਰਦੇ ਮੈਂ ਸਜ਼ਾ ਭੁਗਤੂੰਗਾ, ਨਹੀਂ ਉਹ ਮਰਡਰ ਜਿਹੜੇ 4 ਹੋਏ ਆ ਉਹ ਸਾਬਤ ਕਰੇ। ਐਡਾ ਵੱਡਾ ਝੂਠ ਇੱਕ ਜ਼ਿੰਮੇਵਾਰ ਬੰਦਾ ਕਿ ਸਾਡੇ ਪਰਿਵਾਰ ਦੇ 4 ਮਰਡਰ ਹੋ ਗਏ, ਮੈਂ ਇਹ ਚੱਲ ਰਿਹਾ ਇੱਕ ਵਿਖਾਉਣਾ ਬਾਹਰ ਲੋਕਾਂ ਨੂੰ ਹਮਦਰਦੀ ਵੇਖਣ ਨੂੰ ਹੁੰਦਾ ਵੀ ਸੱਚੀ ਇਹਨਾਂ ਦੇ ਪਰਿਵਾਰ ਦੇ 4 ਮਰਡਰ ਹੋ ਜਾਣਗੇ। 4 ਪਰਿਵਾਰ ਦੇ ਤਾਂ ਇਕੱਲਾ ਹੀ ਜੀ ਆ, ਹੋਰ ਕੋਈ ਜੀ ਹੈ ਨਹੀਂ ਪਰਿਵਾਰ ਦਾ ਕੋਈ। ਜਿਹੜੀ ਐਡਾ ਵੱਡਾ ਝੂਠ, ਮੇਰਾ ਚੈਲੰਜ ਹੈ ਕਿ ਸਾਬਤ ਕਰੇ ਜਿਹੜੇ ਕਿ ਉਹਦੇ ਪਰਿਵਾਰ ਦੇ ਕੋਈ ਇੱਕ ਮਰਡਰ ਵੀ ਹੋਇਆ ਹੋਵੇ, 4 ਤਾਂ ਬਹੁਤ ਵੱਡੀ ਗੱਲ ਹੈ, ਕਿਸੇ ਦੀ ਲੱਤ ਬਾਂਹ ਵੀ ਟੁੱਟੀ ਹੋਵੇ। ਐਡੇ ਵੱਡੇ ਝੂਠ ਇਹ ਜਿਹੇ ਜ਼ਿੰਮੇਵਾਰ ਬੰਦੇ, ਮੈਂ ਤਾਂ ਹੀ ਕਿਹਾ ਸੀ ਇਹ ਜਿਹੇ ਝੂਠੇ ਬੰਦਿਆਂ ਨੂੰ ਪਹਿਲਾਂ ਹੀ ਬਾਜ਼ਾਰ 'ਚੋਂ ਕੱਢ ਦੇਣਾ ਚਾਹੀਦਾ ਸੀ, ਕਾਬਲ ਹੀ ਨਹੀਂ ਹੈਗੇ ਇਹ ਲੋਕ ਬਾਜ਼ਾਰ ਦੇ। ਦੂਜੀ ਗੱਲ, ਕਹਿੰਦਾ ਮੇਰੇ ਕੋਲ ਪਹਿਲਾਂ ਬਿਜਲੀ, ਮੈਂ ਬੜੀ ਸੇਵਾ ਕੀਤੀ ਹੈ ਪਾਰਟੀ ਦੀ, ਮੈਂ ਬੜਾ ਪਾਰਟੀ 'ਚ ਕੰਮ ਕੀਤਾ ਦਿਲੋਂ, ਮੈਂ ਕਾਂਗਰਸ ਦੇ ਵਿੱਚ ਵਫਾਦਾਰੀ ਨਾਲ ਕੰਮ ਕੀਤਾ, ਮੈਂ ਵਫਾਦਾਰੀ ਨਿਭਾਈ ਹੈ। ਪਹਿਲਾਂ ਇਹ ਕਾਮਰੇਡ ਹੁੰਦੇ ਸੀ, ਮਾਸਟਰ ਬਾਬੂ ਸਿਨਾ ਹੁੰਦੇ ਸੀ, ਉਹ ਇਹਨਾਂ ਦਾ ਮਾਈ ਬਾਪ ਸੀ। ਫਿਰ ਹਰਬੰਸ ਸਿੰਘ ਸਿੱਧੂ ਜੀ ਮਿਨਿਸਟਰ ਬਣੇ 92 'ਚ, ਉਹਦੇ ਨਾਲ ਚਲੇ ਗਏ, ਉਹ ਮਾਈ ਬਾਪ। ਫਿਰ ਇਹ 96-97 'ਚ ਅਕਾਲੀ ਦਲ 'ਚ ਸ਼ਾਮਲ ਹੋ ਗਏ, ਪਰ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਮਾਈ ਬਾਪ। ਫਿਰ ਇਹ 2002 'ਚ ਇੱਕ ਵਾਰੀ ਸਾਡੇ 'ਚ ਆ ਗਏ, ਇੱਕ ਵਾਰੀ ਉੱਧਰ ਉੱਠ ਕੇ ਆਜ਼ਾਦ ਲੜੇ। ਫਿਰ ਅਮਰਿੰਦਰ ਸਿੰਘ ਮਾਈ ਬਾਪ, ਤੇ ਹੁਣ ਕਹਿੰਦੇ ਵੀ ਸਿੱਧੂ ਸਾਹਿਬ ਮੇਰੇ ਮਾਈ ਬਾਪ। ਚਲੋ ਉਹਨਾਂ ਦਾ ਮਸਲਾ ਹੈਗਾ ਵੀ ਪਾਰਟੀਆਂ ਤਾਂ ਪਹਿਲਾਂ ਹੀ 4-5 ਬਦਲ ਹਟੇ ਨੇ, ਫਿਰ ਪਾਰਟੀ ਦੀ ਲੰਮੀ ਵਫਾਦਾਰੀ ਕਿੱਥੇ ਹੋ ਗਈ ਕਿਸੇ ਗੱਲ ਦੀ। ਚਲੋ ਉਹ ਵੀ ਮੈਨੂੰ ਕੋਈ ਹੈ ਨਹੀਂ। ਕਹਿੰਦੇ ਬਿਜਲੀ ਮਹਿਕਮੇ 'ਚ ਮੇਰੀ ਪ੍ਰਮੋਸ਼ਨ ਹੋਈ। ਜਿਹੜੇ ਮਿਨਿਸਟਰ ਨੂੰ ਐਂ ਨਹੀਂ ਪਤਾ ਕਿ ਵਿਭਾਗਾਂ 'ਚ ਪ੍ਰਮੋਸ਼ਨ ਨਹੀਂ ਹੁੰਦੀ ਕਿਸੇ ਮਿਨਿਸਟਰ ਦੀ। ਵਿਭਾਗ ਤਾਂ ਸਾਰੇ ਇੱਕੋ ਜਿਹੇ ਨੇ, ਇੰਡੀਪੈਂਡੈਂਟ ਵਿਭਾਗ ਨੇ, ਸਾਰੇ ਵਿਭਾਗ ਇੱਕੋ ਜਿਹੇ ਨੇ। ਉਹਦੇ 'ਚ ਪ੍ਰਮੋਸ਼ਨ ਤਾਂ ਹੁੰਦੀ ਕੋਈ ਸਟੇਟ ਮਿਨਿਸਟਰ ਹੋਵੇ ਉਹ ਕੈਬਨਿਟ ਬਣ ਗਿਆ ਹੋਵੇ, ਕੋਈ ਉਪ ਮਿਨਿਸਟਰ ਹੋਵੇ ਉਹ ਰਾਜ ਮੰਤਰੀ ਬਣ ਗਿਆ ਹੋਵੇ, ਤੇ ਕੈਬਨਿਟ ਮਿਨਿਸਟਰ, ਕੈਬਨਿਟ ਦਾ ਮਹਿਕਮਾ ਬਦਲ ਗਿਆ, ਪ੍ਰਮੋਸ਼ਨ ਕਾਹਦੀ ਹੋਊਗੀ? ਮੈਂ ਚੰਗੇ ਕੰਮ ਕੀਤੇ ਮੇਰੀ ਪ੍ਰਮੋਸ਼ਨ ਹੋਈ। ਇਹ ਗੱਲ ਦੀ ਸਾਨੂੰ ਸਮਝ ਨਹੀਂ ਆਈ। ਬਿਜਲੀ ਮਹਿਕਮੇ ਦੇ ਵਿੱਚ ਬੜਾ, ਮੈਂ ਜੀ ਰਾਤ ਨੂੰ 2-2 ਵਜੇ ਤਾਈਂ ਲੋਕਾਂ ਦੀ ਗੱਲ ਸੁਣਦਾ ਸੀ, ਮੈਨੂੰ ਟੈਲੀਫੋਨ ਮੇਰਾ ਖੁੱਲ੍ਹਾ ਹੁੰਦਾ ਸੀ। ਮੇਰੇ ਕੋਲ ਸਬੂਤ ਨੇ ਸਾਰੇ। ਰਾਤ ਦੇ 10 ਵਜੇ ਤਾਈਂ ਇੰਨੀ ਜ਼ਿਆਦਾ ਡਰਿੰਕ ਕਰਦਾ ਹੈ ਕਿ ਰਾਤ ਨੂੰ 10 ਵਜੇ ਤੋਂ ਬਾਅਦ ਸ਼ਰਾਬੀ ਹੋ ਜਾਂਦਾ, ਇਹਦੇ ਗਨਮੈਨ ਇਹਨੂੰ ਚੱਕ ਕੇ ਬੈੱਡ 'ਤੇ ਪਾਉਂਦੇ ਆ। ਜਿਹੜਾ ਬੰਦਾ ਰਾਤ ਨੂੰ 10 ਵਜੇ 10:30 ਵਜੇ ਸ਼ਰਾਬੀ ਹੋ ਜਾਂਦਾ, ਉਹ ਰਾਤ ਨੂੰ 2 ਵਜੇ ਫੋਨ ਸੁਣਦਾ ਲੋਕਾਂ ਦੇ। ਇੱਕ ਕਾਲ ਗੁਰਦਾਸਪੁਰ ਦੀ ਜਿਹਨੇ ਨੇ ਗੱਲ ਕੀਤੀ ਹੈ, ਡਿਟੇਲ ਕਢਾ ਕੇ ਮੈਨੂੰ ਦਿਖਾ ਦੇ ਕਿ ਕਿੱਥੇ ਕਾਲ ਕੀਤੀ ਸੀ, ਕਿਹੜੇ ਤੇਰੇ ਚੀਫ ਨੂੰ ਕੀਤੀ ਸੀ, ਉਹਦੇ 'ਚ ਵੀ ਇਹ ਸੱਚਾ ਮੈਂ ਝੂਠਾ, ਉਹ ਵੀ ਝੂਠ ਹੈ ਟੋਟਲੀ। ਲੋਕਾਂ ਨੂੰ ਮੂਰਖ ਬਣਾਉਣਾ। ਮੈਂ ਰਾਤ ਦੇ 1 ਵਜੇ ਤਾਈਂ ਫੋਨ ਸੁਣਦਾ ਸੀ, ਸ਼ਰਾਬੀ ਬੰਦਾ ਕਿਤੇ ਫੋਨ ਸੁਣ ਹੀ ਨਹੀਂ ਸਕਦਾ। ਦੂਜੀ ਗੱਲ, ਮੈਂ 3800 ਕਿ 4200 ਬੰਦੇ ਨੂੰ 30 ਸਾਲਾਂ ਦੇ ਲੋਕ ਅੜੇ ਪਏ ਸੀ ਕਿ ਮੈਂ ਜਿਹਨਾਂ ਦੇ ਮਾਂ ਪਿਓ ਮਰ ਗਏ ਸੀ ਉਹਨਾਂ ਨੂੰ ਨੌਕਰੀਆਂ ਦਿੱਤੀਆਂ। 2002 ਦੇ ਵਿੱਚ ਬਿਜਲੀ ਮਹਿਕਮਾ ਮੈਂ ਛੱਡਿਆ, ਕੋਈ ਬਕਾਇਆ ਨਹੀਂ ਸੀ ਉਸ ਵੇਲੇ ਪਿੰਡ, ਸਾਰੀਆਂ ਜਿੰਨਾ ਦਾ ਬਣਦਾ ਸੀ ਦੇਤਾ ਸੀ। ਵੈਸੇ ਵੀ ਗੌਰਮੈਂਟ ਉਹ ਤੋਂ ਬਾਅਦ ਅਮਰਿੰਦਰ ਦੀ ਆ ਗਈ, 5 ਸਾਲ 'ਚ ਜਿੰਨੇ ਉਹਨਾਂ ਦੇ ਬਕਾਏ ਸੀ ਉਹਨਾਂ ਨੇ ਵੀ ਦੇਤੇ, ਫਿਰ 10 ਸਾਲ ਸਾਡੀ ਆ ਗਈ ਜਿਹੜੇ ਅਸੀਂ ਦੇਤੇ। ਜਿਹੜੇ ਇਹਦੇ ਵੇਲੇ ਸਿਰਫ 109 ਬੰਦਿਆਂ ਨੂੰ ਨੌਕਰੀ ਦਿੱਤੀ ਹੈ, ਜਿਨ੍ਹਾਂ ਨੂੰ 4200 ਦੱਸਦਾ, ਮੈਂ ਸਾਰਾ ਡਿਟੇਲ ਕੱਲ੍ਹ ਬਿਜਲੀ ਬੋਰਡ 'ਚੋਂ ਲੈ ਲਿਆ ਸੀਗਾ। 109 ਬੰਦਿਆਂ ਨੂੰ ਦਿੱਤੀ ਹੈ। ਮੈਂ ਐਡੀਆਂ ਫਾਈਲਾਂ ਝਾੜੀਆਂ, ਲੋਕੀ ਮੇਰੇ ਗੱਲ ਨਾਲ ਚਿਮਟ ਗਏ ਫਲਾ। ਇਹ ਜੇ ਡਰਾਮੇਬਾਜ਼ੀਆਂ ਨਹੀਂ ਕਰਨੀਆਂ ਚਾਹੀਦੀਆਂ। ਚਲੋ ਉਹ ਤੋਂ ਬਾਅਦ ਆ ਗਿਆ ਮਾਲ ਮਹਿਕਮਾ। ਮਾਲ ਮਹਿਕਮੇ ਦੇ ਬਾਰੇ ਚਰਚਾਵਾਂ ਤੁਸੀਂ ਸਾਰੇ ਪ੍ਰੈਸ ਵਾਲੇ ਸੁਣਦੇ ਹੀ ਰਹਿੰਦੇ ਆ, ਦੱਸਦੇ ਹੀ ਰਹਿੰਦੇ ਆ, ਪਰ ਅਸੀਂ ਆਹ ਤਾਂ ਸੁਣਦੇ ਰਹੇ ਹਾਂ ਹੁਣ ਤੱਕ ਕਿ ਮਾਲ ਮਹਿਕਮੇ ਵਿੱਚ ਕਿਸੇ ਤਹਿਸੀਲਦਾਰ ਨੇ ਚੰਗੇ ਥਾਂ ਲੱਗਣਾ ਹੋਵੇ, ਉਹਨੇ 4 ਰੁਪਏ ਕਿਸੇ ਨੂੰ ਦੇ ਤੇ। ਇਹ ਗੱਲਾਂ ਤਾਂ ਸੁਣਦੇ ਰਹੇ ਹਾਂ ਅਸੀਂ, ਕੋਈ ਇਸ ਗੱਲ 'ਚ ਝੂਠ ਨਹੀਂ ਹੈਗਾ, ਸੁਣਦੇ ਰਹੇ ਹਾਂ। ਪਰ ਆਹ ਪਹਿਲੀ ਵਾਰ ਹੋਇਆ ਕਿ ਮਾਲ ਮਹਿਕਮੇ ਦੇ ਵਿੱਚ ਪੈਸੇ ਵੀ ਲਾਉਣ ਦੇ ਕੋਈ ਇੱਕ ਵੀ ਤਹਿਸੀਲਦਾਰ ਨਹੀਂ ਹੋਣਾ, ਸਿੰਗਲ ਇੱਕ ਵੀ ਜਿਹੜਾ ਬਿਨਾਂ ਪੈਸਿਆਂ ਤੋਂ ਲਾਇਆ ਹੋਵੇ, ਇੱਕ ਵੀ। ਚਲੋ ਉਹ ਵੀ ਹੋ ਗਿਆ। ਫਿਰ ਜਿੰਨੀਆਂ ਰਜਿਸਟਰੀਆਂ ਹੁੰਦੀਆਂ ਸੀ,
ਹਰ ਮਹੀਨੇ ਤੋਂ ਬਾਅਦ ਰਜਿਸਟਰੀਆਂ ਦੀ ਫਾਈਲ ਚੰਡੀਗੜ੍ਹ ਆਉਂਦੀ ਸੀ, ਕਿੱਥੇ ਕਿੰਨੀਆਂ ਹੋਈਆਂ, ਕਿੱਥੇ ਪਰ ਰਜਿਸਟਰੀ ਪੈਸੇ ਲਏ ਜਾਂਦੇ ਸੀ। ਇਹ ਪਹਿਲੀ ਵਾਰ ਹੋਇਆ ਕਿ ਪਰ ਰਜਿਸਟਰੀ ਪੈਸੇ ਲਏ ਹੁਣ ਕਿਸੇ ਮਿਨਿਸਟਰ ਨੇ। ਅੱਜ ਤਾਈਂ ਪੰਜਾਬ ਦੇ ਵਿੱਚ ਅੱਜ ਗੱਲ ਤਾਂ ਹੀ ਨਹੀਂ ਗੱਲ ਹੋਈ, ਇਹ ਹੋਇਆ। ਮੈਂ ਬੜੇ ਬੰਦਿਆਂ ਦੀਆਂ ਪ੍ਰਮੋਸ਼ਨਾਂ ਕੀਤੀਆਂ, ਕਿਸੇ ਦੀ ਕੋਈ ਪ੍ਰਮੋਸ਼ਨ ਨਹੀਂ ਕੀਤੀ। ਜਿਹਨੇ ਦੇਤੇ ਉਹਨੂੰ ਉਡਾਕ ਚਾਰਜ ਦੇਤਾ, ਜਿਹਨੇ ਨਹੀਂ ਦਿੱਤੇ ਇਹਦੇ ਮੇਰੇ ਹਲਕੇ ਦਾ ਹੀ ਮੁੰਡਾ ਇੱਕ ਕਾਨੂੰਗੋ ਸੀਗਾ, ਭੀਮ ਸੈਨ ਜਲਾਲ ਪਿੰਡ ਦਾ, ਇਹਦਾ ਹੀ ਬੰਦਾ ਸੀ। 2002 ਤੋਂ ਲੈ ਕੇ 2017 ਤਾਈਂ ਉਹਨੇ ਇਹਨੂੰ ਹੀ ਵੋਟਾਂ ਪਾਈਆਂ ਨੇ। ਉਹ ਪਿਛਲੀ ਵਾਰ ਮੇਰੇ ਕੋਲੇ ਪੰਚਾਇਤਾਂ ਲੈ ਕੇ ਆ ਗਿਆ ਜੀ, ਮੈਨੂੰ ਮੇਰਾ ਬਣਦਾ, ਮੈਨੂੰ ਤਹਿਸੀਲਦਾਰ ਬਣਾ ਦਿਓ। ਮੈਂ ਵਿਕਰਮ ਜੀ ਨੂੰ ਕਿਹਾ, ਵਿਕਰਮ ਜੀ ਕਹਿੰਦੇ ਵੀ ਇਹਦੇ 4 ਮਹੀਨੇ ਹਲੇ ਰਹਿੰਦੇ ਨੇ, ਜਿੰਨੀ ਉਹ ਸ਼ਰਤ ਹੁੰਦੀ ਹੈ ਜਿਹੜੀ, ਉਹ 4 ਮਹੀਨੇ ਰਹਿੰਦੇ ਆ। 4 ਮਹੀਨਿਆਂ ਤੋਂ ਬਾਅਦ ਤਾਂ ਬਣ ਸਕਦਾ, ਹੁਣ ਇਹ ਬਣ ਨਹੀਂ ਸਕਦਾ, ਕਾਨੂੰਨੀ ਗਲਤ ਹੈ। ਆਪਾਂ ਚੁੱਪ ਕਰਕੇ ਠੀਕ ਹੈ। ਮੁੜ ਕੇ ਕਾਂਗਰਸ ਦੀ ਸਰਕਾਰ ਆ ਗਈ, ਇਹਦੇ ਕੋਲੇ ਮਾਲ ਮਹਿਕਮਾ ਆ ਗਿਆ। ਉਹਨੂੰ ਤਾਂ ਐਂ ਸੀ ਵੀ ਮੈਂ ਤਾਂ ਹੁਣ ਬਣਿਆ ਬਣਾਇਆ ਹੀ ਆ। ਉਹ ਜਦੋਂ ਗਿਆ ਤੇ ਨਹੀਂ ਬਣਾਇਆ, ਉਹਨੂੰ ਟਾਲਾ ਫਾਲਾ ਕਰਦਾ। ਸ਼ਰਤ ਵੀ ਉਹ ਤਾਂ ਪੂਰੀ ਹੋ ਗਈ ਸੀ, ਟਾਈਮ ਦੀ, ਸਭ ਕੁਛ। ਫਿਰ ਉਹਨੂੰ ਪੁੱਛਿਆ ਵੀ ਤੇਰੀ ਤਾਂ ਇੰਨਾ ਚਿਰ ਲਿਹਾਜ਼ ਰਹੀ, ਤੂੰ ਇੰਨਾ ਚਿਰ ਵੋਟਾਂ ਪਾਉਂਦਾ ਰਿਹਾ, ਤੈਨੂੰ ਕਿਉਂ ਨਹੀਂ ਬਣਾਇਆ? ਉਹ ਕਹਿੰਦਾ ਜੀ ਪੈਸੇ ਹੀ ਇੰਨੇ ਮੰਗ ਲਏ, ਮੈਂ ਦੇ ਹੀ ਨਹੀਂ ਸੀ ਸਕਦਾ, ਇਸ ਕਰਕੇ ਮੈਂ ਰਹਿ ਗਿਆ। ਜਿਹੜੇ ਹੱਕ ਬਣਦਾ ਸੀ ਜਿਨ੍ਹਾਂ ਦਾ, ਉਹ ਤਾਂ ਬਣਾਏ ਨਹੀਂ ਤੂੰ, ਤੇ ਦੂਜੇ ਕਿਵੇਂ ਬਣਾਤੇ? ਸੋ ਇਸ ਕਰਕੇ ਹਰ ਗੱਲ ਦੇ ਵਿੱਚ ਇਕੱਲਾ ਇੱਥੋਂ ਤੱਕ ਨਹੀਂ ਸਬਰ ਕੀਤਾ। ਬਠਿੰਡੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਹੋਈ, ਕਿੰਨਾ ਰੌਲਾ ਪਿਆ, ਸੜਕਾਂ ਤੇ ਧਰਨੇ ਲਾਏ, ਸਾਰੇ ਹੀ ਕਾਂਗਰਸੀ ਜਿੱਤੇ ਸੀ, ਕੋਈ ਅਕਾਲੀ ਨਹੀਂ ਸੀ ਉੱਥੇ ਜਿੱਤਿਆ, ਜਿੱਤਣ ਦਿੱਤਾ ਹੀ ਨਹੀਂ ਸੀ, ਕਾਗਜ਼ ਰੱਦ ਕਰਤੇ ਸੀ ਸਾਰਿਆਂ ਦੇ। ਉੱਥੇ ਕਾਂਗਰਸੀ ਜਿੱਤੇ ਸੀ, ਦੂਜੇ ਧੜੇ ਕੋਲੇ ਮੈਜੋਰਟੀ ਸੀ। 2 ਵਾਰੀ ਚੋਣ ਮੁਲਤਵੀ ਕੀਤੀ ਗਈ, ਤੀਜੀ ਵਾਰ ਫਿਰ ਰਸਤੇ ਬੰਦ ਕਰਕੇ ਵਿਰੋਧੀਆਂ ਨੂੰ ਆਉਣ ਨਹੀਂ ਦਿੱਤਾ ਗਿਆ ਉੱਥੇ। ਇੱਕ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਸੁਈਸਾਈਡ ਕਰ ਗਿਆ, ਉਹਨੂੰ ਤੋਂ ਪੈਸੇ ਵੀ ਲੈ ਲਏ ਤੇ ਬਣਾਇਆ ਨਾ। ਉਹਦਾ ਬੜਾ ਰੌਲਾ ਜਾਖੜ ਕੋਲੇ, ਉਹਦੀ ਘਰ ਵਾਲੀ ਨੇ ਖੁਦ ਕਿਹਾ ਸਾਰਾ ਕੁਝ, ਸੁਨੀਲ ਜਾਖੜ ਕੋਲੇ। ਉੱਥੇ ਧੱਕੇ ਨਾਲ ਉਹਦਾ ਰੌਲਾ ਅੱਜ ਵੀ ਪਈ ਜਾਂਦਾ 55 ਲੱਖ ਰੁਪਏ ਦਾ। ਇਹ ਜਿਹੀਆਂ ਸਾਡੇ ਮਿਊਨਿਸਪਲ ਕਮੇਟੀਆਂ ਦੇ ਵਿੱਚ ਉੱਥੇ ਮੋਟੀਆਂ ਰਕਮਾਂ ਲੈ ਕੇ ਪ੍ਰਧਾਨ ਬਣਾਏ ਗਏ। ਸਾਡੀ ਟਰੱਕ ਯੂਨੀਅਨ ਰਾਮਪੁਰਾ ਪੰਜਾਬ ਦੀ ਸਭ ਤੋਂ ਵੱਡੀ ਯੂਨੀਅਨ ਹੈ, 1800-1900 ਟਰੱਕ ਆ ਉੱਥੇ। 10 ਸਾਲ ਸਾਡਾ ਰਾਜ ਰਿਹਾ, ਕਦੇ ਵੀ ਅਸੀਂ ਕਿਸੇ ਟਰੱਕ ਵਾਲੇ ਤੋਂ 1 ਰੁਪਈਆ ਨਹੀਂ ਸੀ ਕੱਢਦੇ ਹੁੰਦੇ ਖਰਚੇ ਦਾ, ਬਲਕਿ ਸਾਲ ਦੇ ਸਾਲ ਜਿਹੜੇ ਕੋਈ ਪੈਸੇ ਯੂਨੀਅਨ 'ਚ ਵੱਜ ਜਾਂਦੇ ਸੀ, ਉਹਨਾਂ 'ਚ ਮੁਨਾਫਾ ਵੰਡ ਦਿੰਦੇ ਹੁੰਦੇ ਸੀ। ਇਹ ਰਿਕਾਰਡ ਆ। ਪੰਜਾਬ 'ਚ 2 ਹੀ ਯੂਨੀਅਨਾਂ ਸੀ, ਇੱਕ ਭਗਤਾ ਭਾਈਕਾ ਤੇ ਇੱਕ ਰਾਮਪੁਰਾ ਮੇਰੇ ਹਲਕੇ 'ਚ। ਦੋਨਾਂ 'ਚ ਹਰ ਸਾਲ ਮੁਨਾਫਾ ਵੰਡਿਆ ਜਾਂਦਾ ਸੀ, ਪੰਜਾਬ 'ਚ ਕਿਤੇ ਨਹੀਂ ਸੀ ਵੰਡਿਆ ਜਾਂਦਾ, ਤੇ ਨਾਲ ਕੋਈ ਖਰਚਾ ਨਹੀਂ ਸੀ ਕੱਟਿਆ ਜਾਂਦਾ। ਹੁਣ 1500 ਰੁਪਈਆ ਪ੍ਰਤੀ ਟਰੱਕ ਇੱਕ ਸੀਜ਼ਨ 'ਚ ਖਰਚਾ ਕੱਟਿਆ ਜਾਂਦਾ, ਮੁਨਾਫਾ ਕੋਈ ਨਹੀਂ ਵੰਡਿਆ ਜਾਂਦਾ। ਇੱਕ ਫੈਕਟਰੀ ਸੀ ਸਾਡੇ ਖਾਦ ਦੀ ਉੱਥੇ ਲਹਿਰੇ ਮੁਹੱਬਤ ਥਰਮਲ ਪਲਾਂਟ 'ਚ, ਉੱਥੇ ਟਰੱਕ ਯੂਨੀਅਨ ਕੰਮ ਕਰਦੀ ਸੀ, ਉਹ ਉੱਥੋਂ ਬੰਦ ਕਰਕੇ 2 ਲੱਖ 3 ਕੰਪਨੀਆਂ ਉੱਥੇ ਪ੍ਰਾਈਵੇਟ ਕੰਮ ਕਰਦੀਆਂ ਨੇ ਸੀਮਿੰਟ ਦਾ, ਤਿੰਨਾਂ ਨੂੰ ਕੰਮ ਦੇ ਕੇ 2 ਲੱਖ ਰੁਪਈਆ ਪ੍ਰਤੀ ਕੰਪਨੀ ਉੱਥੋਂ ਇਕੱਠਾ ਹੋਣ ਲੱਗ ਗਿਆ। ਟਰੱਕ ਵਾਲਿਆਂ ਦਾ ਵੀ ਹੋ ਗਿਆ। ਜਾਣੀ ਮੇਰਾ ਮਤਲਬ ਵੀ ਕਿਤੋਂ ਵੀ ਕੋਈ ਥਾਂ ਛੱਡਿਆ ਨਹੀਂ ਵੀ ਜਿਹੜਾ ਕੋਈ ਆਪਾਂ ਕਹੀਏ ਵੀ ਕਿਤੇ ਕੋਈ ਛੱਡਦਾ ਹੋਵੇ। ਜਿੱਥੇ ਕੋਈ ਮਿਨਿਸਟਰ ਕਿਸੇ ਹਲਕੇ ਦਾ ਹਟ ਜਾਂਦਾ, ਲੋਕਾਂ ਨੂੰ ਥੋੜ੍ਹਾ ਬਹੁਤਾ ਹੁੰਦਾ ਵੀ ਸਾਡਾ ਮਿਨਿਸਟਰ ਸੀ ਚੰਗਾ ਸੀ, ਹਟ ਗਿਆ। ਪਹਿਲਾ ਮਿਨਿਸਟਰ ਹੈ ਮੈਨੂੰ ਲੱਗਦਾ ਪੰਜਾਬ 'ਚ, ਆਪਣੇ 5 ਹਟੇ ਆ, ਕਿਤੇ ਨਹੀਂ ਆਏ ਹੋਇਆ ਖਰੜ ਵੀ। ਭਾਵੇਂ ਬਲਵੀਰ ਵੀ ਬੜਾ ਬਦਨਾਮ ਸੀ, ਸਿੱਧੂ ਦੱਸਿਆ, ਅੱਜ ਉਹਨੇ ਸਾਰਾ ਬਿਆਨ ਦਿੱਤਾ ਹੈਗਾ ਆਪਣੇ ਨੇ, ਵੀਰ ਦਵਿੰਦਰ ਜੀ ਨੇ। ਮੇਰੇ ਕੋਲ ਵੀ ਕਾਫੀ ਕੁਛ ਹੈ, ਤੇ ਪਰ ਕਿਤੇ ਨਹੀਂ ਲੱਡੂ। ਸਾਡੇ ਹਲਕੇ ਤੇ ਸਾਰੇ 'ਚ ਲੱਡੂ ਵੰਡੇ ਗਏ, ਕੋਈ ਪਿੰਡ ਨਹੀਂ ਜਿੱਥੇ ਲੱਡੂ ਨਾ ਵੰਡੇ। ਹੁਣ ਲੋਕਾਂ ਨੂੰ ਚਾਹ ਚੜ ਗਿਆ ਵੀ ਇਹ ਹਟ ਗਿਆ। ਬੋਰਡ ਲਾਤੇ, ਕਾਂਗਰਸੀਆਂ ਦੇ ਬੋਰਡ ਲੱਗਿਆ ਇੱਥੇ, ਤੁਹਾਨੂੰ ਵਿਖਾ ਦਿੰਦਾ, ਮੇਰੇ ਕੋਲ ਵੀਡੀਓ ਹੈਗੀਆਂ, ਕਾਂਗਰਸੀਆਂ ਨੇ ਬੋਰਡ ਲਾਇਆ, ਧੰਨਵਾਦ ਕੀਤਾ ਚੰਨੀ ਜੀ ਦਾ, ਹੋਰਾਂ ਦਾ। ਇਹ ਵੀ ਮੈਨੂੰ ਤਾਂ ਪਤਾ ਲੱਗਿਆ ਕੋਈ ਕਾਂਗਰਸੀ ਇਕੱਠੇ ਹੋ ਕੇ ਧੰਨਵਾਦ ਕਰਨ ਇੱਥੇ ਲੋਕਲ ਲੈਵਲ ਤੇ ਵੀ ਆਉਣਗੇ। ਹੁਣ ਇਹੋ ਜਿਹਾ ਮਿਨਿਸਟਰ ਜੀ ਦਾ ਇਹ ਹਾਲ ਹੋਵੇ ਕਿ ਲੋਕੀ ਹਟਣ ਤੇ ਇੰਨੇ ਖੁਸ਼ ਹੋਏ, ਹੁਣ ਥਾਂ ਥਾਂ ਲੱਡੂ ਵੰਡੇ ਜਾਂਦੇ ਰਹਿੰਦੇ ਹੁਣ, ਤੇ ਉਹ ਆਖੇ ਮੈਂ ਬੜਾ ਕੰਮ ਕੀਤਾ, ਮੈਂ ਬੜਾ ਕਾਬਲ ਮਿਨਿਸਟਰ ਹਾਂ। ਕੰਮ ਕੁਮ ਤਾਂ ਹਲਕੇ 'ਚ ਇੱਕ ਵੀ ਨਹੀਂ, ਸਿੰਗਲ ਵੀ ਕੋਈ ਕੰਮ ਨਹੀਂ ਜਿਹੜਾ ਕਿ ਉਹ ਗਿਣਾ ਸਕਦਾ ਹੋਵੇ। ਸੋ ਇਹੋ ਜਿਹੀਆਂ ਗੱਲਾਂ ਦੇ ਵਿੱਚ ਆਪੇ ਦੋ ਧੋਤੇ ਨਹੀਂ ਬਣਨਾ ਚਾਹੀਦਾ। ਫੈਸਲਾ ਤਾਂ ਲੋਕੀ ਕਰਦੇ ਨੇ। ਬੋਲ ਤਾਂ ਤੇਰਾ ਹਲਕਾ ਰਿਹਾ, ਹੁਣ ਵੀ ਉੱਥੇ ਤੇਰੇ ਮਗਰੋਂ ਕਿੰਨਾ ਲੋਕਾਂ ਨੂੰ ਚਾਅ ਚੜਿਆ ਤੇਰੇ ਹਟ ਜਾਣ ਦਾ। ਤੂੰ ਆਪ ਹੀ ਕਹੀ ਜਾਵੇਂ ਮੈਂ ਬਹੁਤ ਚੰਗਾ, ਮੈਂ ਬਹੁਤ ਤਰੱਕੀ, ਮੈਂ ਬੜੇ ਕੰਮ ਕਰਾਏ, ਮੈਂ ਬੜੀ ਸੇਵਾ ਕੀਤੀ, ਮੈਂ ਲਾਲ ਖੀਰ ਤਾਂ ਵਿਕਰਮ ਸਿੰਘ ਹੋਰੀ ਕਰ ਗਏ ਸੀ, ਮਜੀਠਾ ਸਾਹਿਬ ਵਾਲੀ ਹੋ ਗਿਆ ਸੀ ਸਾਰਾ। ਇਹਨੇ ਲਾਲ ਖੀਰ ਦਾ ਕਿਹੜਾ ਕੋਈ ਨਵਾਂ ਕੰਮ ਕੀਤਾ? ਸੋ ਟੋਟਲ ਝੂਠ ਦਾ ਜਿਹੜਾ ਮੈਂ ਸਮਝਦਾ ਵੀ ਇਹ ਪੁੱਛਦੇ ਸਾਡਾ ਕਸੂਰ ਕੀ ਹੈ। ਪ੍ਰਸ਼ਾਂਤ ਕਿਸ਼ੋਰ ਦੀ ਲਿਸਟ ਵੇਖ ਲਓ ਦਿੱਲੀ ਜਾ ਕੇ, ਉਹਦੇ ਸਾਰਾ ਕੁਝ ਲਿਖਿਆ ਵਾ, ਉੱਥੇ ਤੁਹਾਨੂੰ ਪਤਾ ਲੱਗ ਜੂ ਤੁਹਾਡਾ ਕਸੂਰ ਕੀ ਹੈ। ਤੁਹਾਡੇ ਦੋਨਾਂ ਦੇ ਡਿਟੇਲ ਨਾਲ ਲਿਖਿਆ ਵਾ ਸਾਰਾ ਕੁਝ। ਜੇ ਤੁਸੀਂ ਕਸੂਰ ਪੁੱਛਣਾ ਤੇ ਪ੍ਰਸ਼ਾਂਤ ਕਿਸ਼ੋਰ ਦੀ ਲਿਸਟ ਵੇਖ ਲਓ ਜਾ ਕੇ, ਉੱਥੇ ਤੁਹਾਨੂੰ ਪਤਾ ਲੱਗ ਜੂ ਕਸੂਰ ਕੀ ਹੈ। ਕਿਸੇ ਕਸੂਰ ਤੋਂ ਬਿਨਾਂ ਤਾਂ ਨਹੀਂ ਨਾ ਉਸ ਗੱਲ ਦੇ ਵਿੱਚ, ਕਿਸੇ ਗੱਲ ਦੇ ਵਿੱਚ ਹਟਦਾ। ਜੇ ਤੁਹਾਨੂੰ ਕੱਢਿਆ ਹੈ ਤੇ ਕਿਸੇ ਕਸੂਰ ਕਰਕੇ ਕੱਢਿਆ ਹੋਊਗਾ। ਤੇ ਪ੍ਰਸ਼ਾਂਤ ਕਿਸ਼ੋਰ ਦੀ ਲਿਸਟ ਤਾਂ ਸਾਨੂੰ ਵੀ ਪਤਾ ਹੈ, ਤੁਸੀਂ ਵੇਖ ਲਓ ਜਾ ਕੇ, ਪਤਾ ਤਾਂ ਤੁਹਾਨੂੰ ਵੀ ਹੋਊਗਾ, ਪਰ ਤੁਸੀਂ ਵੇਖ ਲਓ ਜਾ ਕੇ, ਉੱਥੇ ਕੱਢ ਲਓ। ਸੋ ਇਸ ਤਰ੍ਹਾਂ ਦੇ ਗੱਲ ਦਾ ਮੈਨੂੰ ਗੁੱਸਾ ਤਾਂ ਇਹ ਹੈ ਵੀ ਜਿਹੜਾ ਬੰਦਾ ਏਡਾ ਵੱਡਾ ਝੂਠ ਬੋਲ ਸਕਦਾ ਕਿ ਸਾਡੇ ਪਰਿਵਾਰ ਦੇ 4 ਬੰਦੇ ਮਰਡਰ ਹੋ ਗਏ। ਇਹਦਾ ਮੈਂ ਤੁਹਾਨੂੰ ਵੀ ਬੇਨਤੀ ਕਰਦਾ, ਭਾਵੇਂ ਤੁਸੀਂ ਵੀ ਪਤਾ ਕਰਕੇ ਉੱਥੇ ਭੇਜ ਕੇ ਕੋਈ ਬੰਦਾ ਮੰਗਾ ਲਓ ਵੀ ਇਹ ਗੱਲ, ਇਹਨਾਂ 'ਚੋਂ ਜਿਹੜੀਆਂ ਗੱਲਾਂ ਮੈਂ ਕਹੀਆਂ ਕੋਈ ਇੱਕ ਝੂਠੀ ਹੈਗੀ ਹੈ ਤੇ ਜਿਹੜੀਆਂ ਉਹਨੇ ਕਹੀਆਂ ਉਹਨਾਂ 'ਚ ਕੋਈ ਸੱਚੀ ਹੈਗੀ ਹੈ, ਕਰਾ ਸਕਦੇ ਆ ਪਤਾ। ਤੇ ਮੈਂ ਕਹਿੰਦਾ ਇੰਨੇ ਜ਼ਿੰਮੇਵਾਰ ਪੋਸਟਾਂ 'ਤੇ ਰਹਿ ਕੇ ਬੰਦਿਆਂ ਨੇ ਫਿਰ ਸੋਚਣਾ ਕਿ ਸਾਡਾ ਕਸੂਰ ਕੀ ਹੈ। ਇੰਨੇ ਝੂਠ ਬੋਲਣੇ ਉਦੋਂ ਬਾਅਦ ਵੀ, ਜਿਹੜੇ ਬਿਨਾਂ ਮਤਲਬ ਦੋਸ਼ ਲਾਉਣੇ।
ਕੱਲ ਇੱਕ ਸਪੋਕਸਮੈਨ ਦੇ ਵਿੱਚ ਮੈਂ ਅੱਜ ਬਿਆਨ ਜਿਹਾ ਪੜ੍ਹਿਆ, ਕੱਲ ਬੋਲਿਆ ਮਾੜਾ ਜਿਹਾ, ਮਲੂਕਾ ਸਾਹਿਬ ਮੈਥੋਂ ਵੱਡੇ ਆ, ਉਹਨਾਂ ਨੂੰ ਜਾਤੀ ਨਹੀਂ ਕਰਨਾ ਚਾਹੀਦਾ ਫਲਾਣਾ। ਤੂੰ ਕਾਹਦੇ ਝੂਠ ਬੋਲ ਕੇ ਗਿਆ ਇੱਥੇ ਵੀ 4-4 ਮਰਡਰ ਸਿਰ ਲਾਉਣੇ ਕਿਸੇ ਬੰਦੇ ਦੇ, ਜਿਹੜੀ ਕਿ ਹੋਈ ਨਾ ਹੋਵੇ ਗੱਲ। ਇਦੋਂ ਤਾਂ ਫਿਰ ਨੀਵੀਂ ਪੱਧਰ ਦੀ ਕੋਈ ਸਿਆਸਤ ਦੁਨੀਆ ਦੇ ਵਿੱਚ ਮੈਂ ਤਾਂ ਕਹਿੰਦਾ ਅੱਜ ਤਾਈਂ ਹੋ ਹੀ ਨਹੀਂ ਸਕਦੀ। ਸੋ ਵੀ ਇਹੋ ਜਿਹੇ ਬੰਦਿਆਂ ਨੇ ਪਾਰਟੀਆਂ ਨੂੰ ਬਦਨਾਮ ਕਰਦੇ ਨੇ, ਇਹੋ ਜਿਹੇ ਬੰਦੇ ਸਰਕਾਰਾਂ ਨੂੰ ਬਦਨਾਮ ਕਰਦੇ ਨੇ। ਚਲੋ ਰੱਖਣਾ ਕੱਢਣਾ ਸਰਕਾਰ ਦੀ ਮਰਜ਼ੀ ਹੁੰਦੀ ਹੈ, ਸਾਡਾ ਤਾਂ ਕੋਈ ਏਜੰਡਾ ਨਹੀਂ ਹੁੰਦਾ। ਪਰ ਜਿੰਨਾ ਅੱਗ ਇਹਨੇ ਮਚਾਈ ਸੀ, ਕੈਪਟਨ ਅਮਰਿੰਦਰ ਸਿੰਘ ਦਾ ਮਹਿਲ ਵੀ ਮੈਂ ਤਾਂ ਵੇਖਿਆ ਨਹੀਂ, ਤੁਹਾਡੇ 'ਚ ਤਾਂ ਕੋਈ ਨਾ ਕੋਈ ਗਿਆ ਹੋਊਗਾ ਉੱਥੇ, ਮੈਂ ਤਾਂ ਨਹੀਂ ਵੇਖਿਆ ਜੀ, ਤੁਹਾਡੇ 'ਚ ਕੋਈ ਨਾ ਕੋਈ ਸ਼ਾਇਦ ਗਿਆ ਹੋਊ ਪ੍ਰੈਸ ਵਾਲਿਆਂ 'ਚੋਂ। ਕਹਿੰਦੇ ਕਾਫੀ ਵੱਡਾ ਹੈ, ਪਰ 2 ਸਾਲਾਂ 'ਚ ਬਣ ਗਿਆ। ਸਾਡੇ ਮੰਤਰੀ ਦੀ ਕੋਠੀ ਬਣਦੀ ਨੂੰ 5 ਸਾਲ ਹੋ ਗਏ ਜੀ, ਹਲੇ ਬਣੀ ਨਹੀਂ। 5 ਸਾਲ ਹੋ ਗਏ, 2 ਸਾਲ ਹਲੇ ਹੋਰ ਲੱਗਣਗੇ। ਇਹ ਹਿਸਾਬ ਲਾ ਲਓ ਫਿਰ, ਜਿਹੜਾ ਇੱਕ ਵਜ਼ੀਰ ਦੀ ਕੋਠੀ 5 ਸਾਲਾਂ 'ਚ ਮੁਕੰਮਲ ਨਹੀਂ ਹੋਈ, ਹਲੇ ਜ਼ੋਰਾਂ ਸ਼ੋਰਾਂ ਨਾਲ ਕੰਮ ਚੱਲੀ ਜਾਂਦੇ ਨੇ, ਤੇ ਮੁੱਖ ਮੰਤਰੀ ਦਾ ਘਰ ਬਣ ਗਿਆ 2 ਸਾਲਾਂ ਦੇ ਵਿੱਚ। ਇੱਥੋਂ ਲਾਓ ਆਪਾਂ ਸਾਰੇ ਅੰਦਾਜ਼। ਹਲੇ ਵੀ ਜੇ ਗਿਣਦੇ ਆ ਕਿ ਅਸੀਂ ਤਾਂ ਕੁਛ ਨਹੀਂ ਕੀਤਾ ਜੀ, ਅਸੀਂ ਤਾਂ ਗਰੀਬ ਹਾਂ ਜੀ, ਅਸੀਂ ਤਾਂ ਫਲਾਨਾ ਹੈ ਜੀ, ਅਸੀਂ ਤਾਂ ਬਿਲਕੁਲ ਪਾਕ ਹੈ, ਦੁੱਧ ਧੋਤੇ ਹਾਂ ਦੋਨੇ। ਉਹ ਦੂਜਾ ਵੀ ਮੇਰਾ ਗੁਆਂਢੀ ਹੈ, ਤਪੇ ਦਾ ਹੀ ਹੈ, ਬਲਵੀਰ ਸਿੱਧੂ ਵੀ ਸਾਡੇ ਪਿੰਡਾਂ ਕੋਲ ਦਾ ਹੀ ਹੈ, ਮੇਰੇ ਪਿੰਡ ਦੇ ਨੇੜੇ ਦਾ ਹੀ ਹੈ, ਤਪੇ ਦਾ ਹੀ ਹੈ। ਜੇ ਇਹਨਾਂ ਨੂੰ ਬਹੁਤਾ ਹੀ ਹੈ, ਮੈਂ 10 ਸਾਲ ਮਿਨਿਸਟਰ ਰਿਹਾ, ਸਰਕਾਰ ਮੈਨੂੰ ਪਾਰਟੀ ਦੇ ਵਿੱਚ 45 ਸਾਲ ਹੋ ਗਏ, 46 ਸਾਲ, 10 ਸਾਲ ਮੈਂ ਮਿਨਿਸਟਰ ਰਹਿ ਗਿਆ। ਬਾਕੀ ਵੀ ਪਹਿਲਾਂ ਵੀ 78 ਦੇ ਵਿੱਚ ਵੀ ਮੈਂ ਚੇਅਰਮੈਨ ਰਿਹਾ ਪੰਜਾਬ ਲੈਂਡ ਮਾਰਗੇਜ ਬੈਂਕ ਦਾ। ਮੈਂ ਇਹਨਾਂ ਨੂੰ ਕਹਿਣਾ ਵੀ ਜੇ ਵਾਕਈ ਤੁਸੀਂ ਵਾਕਈ ਸਾਫ਼ ਸੁਥਰੇ ਆ, ਆਪਣੇ MLA ਬਣਨ ਤੋਂ ਪਹਿਲਾਂ, ਮੇਰਾ ਵੀ MLA ਬਣਨ ਤੋਂ ਪਹਿਲਾਂ, ਉਹਨਾਂ ਦਾ ਵੀ MLA ਬਣਨ ਤੋਂ ਪਹਿਲਾਂ, ਜੋ ਜਾਇਦਾਦ ਸੀ ਉਹ ਛੱਡ ਦਿਆਂਗੇ ਸਾਰੀ। ਉਦੋਂ ਬਾਅਦ ਵਾਲੀ ਜਾਇਦਾਦ ਹੈ, ਚਾਹੇ ਨਾਮੀ ਬੇਨਾਮੀ ਜੋ ਵੀ ਹੈ, ਕਿਤੇ ਵੀ ਕਿਸੇ ਦੀ ਹੈਗੀ ਬਿੱਗੀ ਟੇਢੀ ਜੋ ਵੀ ਹੈਗਾ, ਤੇ ਮੇਰੇ ਨਾਲ ਵਟਾ ਲੈਣ। ਫਿਰ ਮੈਂ ਤਾਂ 10 ਸਾਲ ਵਜ਼ੀਰ ਰਿਹਾ, ਉਹ ਤਾਂ 3.5 ਸਾਲ ਬੜਾ ਰਹੇ ਦੋਨੇ ਜਣੇ ਵਜ਼ੀਰ। ਤੇ ਜੇ ਉਹਨਾਂ ਨੂੰ ਵਾਕਿਆ ਹੀ ਲੱਗਦਾ ਤੇ ਮੇਰੇ ਨਾਲ ਵਟਾ ਲੈਣ। ਫਿਰ ਜਿਹਦੀ ਦੋਨਾਂ 'ਚੋਂ ਮਰਜ਼ੀ ਖੁੱਲੀ ਛੁੱਟੀ ਹੈ, ਬਲਵੀਰ ਸਿੰਘ ਨੇ ਵਟਾਉਣੀ ਚਾਹੁੰਦੀ ਉਹ ਵਟਾ ਲੇ, ਕਾਂਗੜ ਵਟਾਉਣਾ ਚਾਹੁੰਦਾ ਉਹ ਵਟਾ ਲੇ, ਮੈਂ ਤਾਂ ਖੁਸ਼ ਹਾਂ। ਇਹ ਕਰ ਲੈਣ। ਫਿਰ ਜੇ ਉਹਨਾਂ ਨੇ ਜੋ ਹੀ ਨਹੀਂ ਕੁਛ ਕੀਤਾ, ਬਿਲਕੁਲ ਸੱਚੇ ਸੁੱਚੇ ਨੇ। ਤੇ ਮੈਨੂੰ ਦੋਨਾਂ ਦੀ ਜ਼ਮੀਨ ਦਾ ਪਤਾ ਪਹਿਲਾਂ, ਇਹਨਾਂ ਦੀ MLA ਬਣਨ ਤੋਂ ਕੀ ਕੁਛ ਸੀਗਾ, ਮੈਨੂੰ ਦੋਨਾਂ ਬਾਰੇ ਪਤਾ, ਕਰ ਲੈਣ ਸੌਦਾ।